हेलो डियर स्टूडेंट्स, वेलकम बैक टू माय यूट्यूब चैनल। सो बच्चे इस वीडियो ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪਲੱਸ 2 ਕਲਾਸ ਦੇ ਫਿਜ਼ਿਕਸ ਦੇ ਮੋਸਟ ਐਕਸਪੈਕਟਡ ਕੁਐਸਚਨ ਜੋ ਤੁਹਾਡੇ ਬੱਚੇ ਫਾਈਨਲ ਐਗਜ਼ਾਮ ਦੇ ਫਰਸਟ ਟਰਮ ਦੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ। ਸੋ ਬੱਚੇ ਹੁਣ ਤੱਕ ਤੁਸੀਂ ਰਿਵੀਜ਼ਨ ਟੈਸਟ ਪੇਪਰ ਕਰ ਚੁੱਕੇ ਆ, ਸੈਂਪਲ ਪੇਪਰਸ ਕਰ ਚੁੱਕੇ ਆ, ਆਪਣੀ ਹੈਲਪਿੰਗ ਬੁੱਕ ਕਰ ਚੁੱਕੇ ਆ ਔਰ ਆਪਣੇ ਕਨਸੈਪਟ ਆਈ ਹੋਪ ਕਿ ਤੁਸੀਂ ਕਲੀਅਰ ਕਰ ਚੁੱਕੇ ਹੋਵੋਗੇ। ਸੋ ਜਿਹੜੇ ਬੱਚਿਆਂ ਨੇ ਹਲੇ ਤੱਕ ਕਦੇ ਵੀ ਆਪਣੀ ਫਿਜ਼ਿਕਸ ਦੀ ਬੁੱਕ ਉਠਾ ਕੇ ਨਹੀਂ ਦੇਖੀ, ਉਹਨਾਂ ਦੇ ਲਈ ਵੀ ਬੱਚੇ ਆ ਵਾਲੇ ਜੋ ਵੀਡੀਓ ਆ ਉਹ ਬਹੁਤ ਜ਼ਿਆਦਾ ਕਹਿ ਲੋ ਇੰਟਰਸਟਿੰਗ ਔਰ ਇੰਪੋਰਟੈਂਟ ਹੋਏਗਾ। ਸੋ ਬੱਚੇ ਕੱਲ ਦੇ ਲਈ ਆਪਾਂ ਮੋਸਟ ਇੰਪੋਰਟੈਂਟ ਜਿਹੜੇ ਕੁਐਸਚਨਸ ਆ ਡਿਸਕਸ ਕਰਨ ਜਾਵਾਂਗੇ। ਸੋ ਬੱਚੇ ਅਸੀਂ ਕਰਾਂਗੇ ਇਹਦੇ ਵਿੱਚ ਯੂਨਿਟ ਨੰਬਰ 1, यूनिट नंबर 2, यूनिट नंबर 3, यूनिट नंबर 4 एंड यूनिट नंबर 5। सो बच्चे 5 ਦੇ 5 ਜਿਹੜੇ ਯੂਨਿਟਸ ਆ ਅਸੀਂ ਜਿਹੜੇ ਇਹਨਾਂ ਯੂਨਿਟਸ ਦੇ ਜਿਹੜੇ ਮੋਸਟ ਇੰਪੋਰਟੈਂਟ ਐਮਸੀਕਿਊਜ਼ ਆ ਉਹ ਡਿਸਕਸ ਕਰਾਂਗੇ। ਸੋ ਬੱਚੇ ਨੌਲੇਜ ਬੇਸਡ ਕੁਐਸਚਨ ਔਰ ਅੰਡਰਸਟੈਂਡਿੰਗ ਬੇਸਡ ਕੁਐਸਚਨ ਤੁਸੀਂ ਪੜ੍ਹ ਕੇ ਜਾਓਗੇ ਤਾਂ ਡੈਫੀਨਿਟਲੀ ਕਲੀਅਰ ਹੋਣਗੇ। ਸੋ ਇਸ ਵੀਡੀਓ ਦੇ ਵਿੱਚ ਬੱਚੇ ਸਿਰਫ ਅਸੀਂ ਐਪਲੀਕੇਸ਼ਨ ਬੇਸਡ ਮੀਨਸ ਕਿ ਨੂਮੈਰੀਕਲਸ ਹੀ ਡਿਸਕਸ ਕਰਾਂਗੇ ਜੋ ਕਿ ਸਭ ਤੋਂ ਜ਼ਿਆਦਾ ਪੁੱਛੇ ਜਾ ਰਹੇ ਆ। फॉर एग्जाम्पल यूनिट नंबर 1 ਦੇ ਵਿੱਚੋਂ ਬੱਚੇ ਜਿੱਦਾਂ ਕਿ ਤੁਹਾਡੇ ਇਲੈਕਟ੍ਰਿਕ ਫੀਲਡ ਦੇ ਕੁਐਸਚਨਸ ਪੁੱਛੇ ਜਾ ਰਹੇ ਆ, ਸੋ ਉਹ ਆਪਾਂ ਡਿਸਕਸ ਕਰਾਂਗੇ। ਕੈਪੈਸਿਟਰ ਦੇ ਬੱਚੇ ਮੋਸਟ ਇੰਪੋਰਟੈਂਟ ਕੁਐਸਚਨਸ ਆ, ਸੋ ਆਪਾਂ ਉਹ ਡਿਸਕਸ ਕਰਾਂਗੇ। ਸੈਕੰਡ ਯੂਨਿਟ ਦੇ ਵਿੱਚ ਕਲਰ ਕੋਡ ਅੱਛੀ ਤਰੀਕੇ ਨਾਲ ਬੱਚੇ ਆਪਾਂ प्रिपेयर करांगे। देन ਜਿਹੜੇ ਬੱਚੇ ਤੁਹਾਡੇ ਕੁਐਸਚਨਸ ਆਉਂਦੇ ਆ ਰੈਜ਼ਿਸਟੈਂਸ ਰੈਜ਼ਿਸਟਿਵਿਟੀ ਵਾਲੇ, ਦੈਨ ਰੈਜ਼ਿਸਟਿਵਿਟੀ ਦਾ ਫਾਰਮੂਲਾ ρ = R L/A। ਸੋ ਇਹਦੇ ਨਾਲ ਦੇ ਰਿਲੇਟਡ ਬੱਚੇ ਅਸੀਂ ਜਿਹੜੇ ਆ ਆਪਣੇ ਕੁਐਸਚਨਸ ਜਿਹੜੇ ਨੂਮੈਰੀਕਲ ਡਿਸਕਸ ਕਰਾਂਗੇ। ਦੈਨ ਕੋਐਫੀਸ਼ੀਐਂਟ ਆਫ ਟੈਂਪਰੇਚਰ ਦੇ ਕਾਫੀ ਕੁਐਸਚਨਸ ਪੁੱਛੇ ਜਾ ਰਹੇ ਆ, ਸੋ ਉਹਦੇ ਨਾਲ ਦੇ ਜਿਹੜੇ ਆਪਾਂ ਐਮਸੀਕਿਊਜ਼ ਡਿਸਕਸ ਕਰਾਂਗੇ। थर्ड यूनिट ਦੇ ਵਿੱਚ ਬੱਚੇ ਜਿੱਦਾਂ ਤੁਹਾਨੂੰ ਪਤਾ ਕਿ ਗਲਵੈਨੋਮੀਟਰ ਦਾ ਕੁਐਸਚਨ ਕਾਫੀ ਜ਼ਿਆਦਾ ਫੇਮਸ ਆ, ਸੋ ਬੱਚੇ ਮੇਰੇ ਅਕੋਰਡਿੰਗਲੀ 90 ਜਾਂ 95% ਚਾਂਸ ਹੈ ਕਿ ਗਲਵੈਨੋਮੀਟਰ ਦਾ ਜਿਹੜਾ ਨੂਮੈਰੀਕਲ ਆ ਪੁੱਛਿਆ ਜਾਏਗਾ। ਗਲਵੈਨੋਮੀਟਰ ਵਾਲਾ ਜਿਹ ਚ ਕਨਵਰਜਨ ਕਰਦੇ ਆ ਅਸੀਂ ਕਨਵਰਟ ਇਨਟੂ ਅਮੀਟਰ ਐਂਡ ਵੋਲਟਮੀਟਰ, ਸੋ ਉਹ ਵਾਲੇ ਬੱਚੇ ਨੂਮੈਰੀਕਲ ਅੱਛੀ ਤਰੀਕੇ ਨਾਲ ਆਪਾਂ ਡਿਸਕਸ ਕਰਾਂਗੇ। ਸਾਈਕਲੋਟ੍ਰੋਨ ਦੇ ਜਿਹੜੇ ਨੂਮੈਰੀਕਲ ਡਿਸਕਸ ਕਰਾਂਗੇ। ਸੋ ਲਾਸਟ ਪਾਰਟ ਦੇ ਵਿੱਚ ਆਂਦਾ ਬੱਚੇ अर्थ ਦੇ एलिमेंट्स। अर्थ एलिमेंट मतलब हॉरिजॉन्टल कंपोनेंट, वर्टिकल कंपोनेंट्स ਆਪਾਂ ਉਹ ਡਿਸਕਸ ਕਰਾਂਗੇ। ਹੁਣ ਆ ਜਾਓ 4th ਯੂਨਿਟ ਦੇ ਉੱਪਰ। 4th ਯੂਨਿਟ ਦੇ ਵਿੱਚ ਆ ਬੱਚੇ ਸੈਲਫ ਇੰਡਕਸ਼ਨ, ਮਿਊਚੁਅਲ ਇੰਡਕਸ਼ਨ, ਏਸੀ ट्रांसफार्मर, देन एसी जनरेटर, देन ट्रांसफार्मर, ਇਹਨਾਂ ਦੇ ਜਿਹੜੇ ਐਮਸੀਕਿਊਜ਼ ਆ ਪੁੱਛੇ ਜਾ ਰਹੇ ਆ, ਨੂਮੈਰੀਕਲਸ ਪੁੱਛੇ ਜਾ ਰਹੇ ਆ। ਤੇ ਆਪਾਂ ਕਰਾਂਗੇ LCR ਸੀਰੀਜ਼ ਸਰਕਟ। LCR ਸੀਰੀਜ਼ ਸਰਕਟ ਦੇ ਵਿੱਚ ਉਹਦੀ ਰੈਜ਼ੋਨੈਂਸ ਪੁੱਛੀ ਜਾ ਰਹੀ ਹੈ, ਉਹਦੀ ਫ੍ਰੀਕੁਐਂਸੀ ਪੁੱਛੀ ਜਾ ਰਹੀ ਆ। 5th ਯੂਨਿਟ ਦੇ ਵਿੱਚ ਬੱਚੇ ਇੱਕ ਹੀ ਤਰ੍ਹਾਂ ਦਾ ਨੂਮੈਰੀਕਲ ਆ ਜਿਹੜਾ ਜ਼ਿਆਦਾਤਰ ਪੁੱਛਿਆ ਜਾ ਰਿਹਾ ਕਿ ਲੈਮਡਾ ਪਤਾ ਕਰੋ। ਸੋ ਲੈਮਡਾ ਕਿਹਦੇ ਇਕੁਅਲ ਹੁੰਦਾ C/μ ਦੇ। ਸੋ ਬੱਚੇ ਆਹੀ ਕੁਝ ਇੱਕ ਫਾਰਮੂਲੇਜ਼ ਆ ਜਿਹਦੇ ਨਾਲ ਦੇ ਰਿਲੇਟਡ ਅਸੀਂ ਐਮਸੀਕਿਊਜ਼ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਪੇਪਰ ਤੋਂ ਪਹਿਲਾਂ ਬੱਚੇ ਇਹ ਵੀਡੀਓ ਜ਼ਰੂਰ ਦੇਖ ਕੇ ਜਾਣਾ, 100% ਤੁਹਾਡੀ ਇਹਦੇ ਵਿੱਚੋਂ ਕਾਫੀ ਜ਼ਿਆਦਾ ਹੈਲਪ ਹੋਏਗੀ। ਔਰ ਜਾਂਦੇ ਬੱਚੇ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦੇਣਾ, ਨੀਚੇ ਬੱਚੇ ਲਾਈਕ ਬਟਨ ਆ ਲਾਈਕ ਦਬਣਾ ਬਿਲਕੁਲ ਨਹੀਂ ਭੁੱਲਣਾ। ਸੋ ਮੈਕਸਿਮਮ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਬੱਚਿਆਂ ਦਾ ਫਿਜ਼ਿਕਸ ਦੀ ਜਿਹੜੀ ਤਿਆਰੀ ਆ ਅੱਛੇ ਤਰੀਕੇ ਨਾਲ ਹੋ ਜਾਵੇ, ਕੌਨਫੀਡੈਂਸ ਆਵੇ। ਸੋ ਬੱਚੇ ਕੱਲ ਦੇ ਪੇਪਰ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਮਾਰਕਸ ਕਿੱਦਾਂ ਦੇ ਆਏ ਆ, ਠੀਕ ਹੈ। ਸੋ ਮੈਕਸਿਮਮ ਸ਼ੇਅਰ ਕਰ ਦੇਣਾ। ਅਗਰ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਸੋ ਬੱਚੇ ਚੈਨਲ ਨੂੰ ਜਿੰਨਾ ਸਪੋਰਟ ਕਰ ਸਕਦੇ ਆ ਪਲੀਜ਼ ਚੈਨਲ ਨੂੰ ਸਪੋਰਟ ਕਰੋ। ਸੋ ਬੱਚੇ ਸਟਾਰਟ ਕਰਦੇ ਆ ਐਮਸੀਕਿਊਜ਼। ਬੱਚੇ ਫਰਸਟ ਨੂਮੈਰੀਕਲ ਆ ਸਾਡਾ, ਦ ਕੂਲਮ ਫੋਰਸ ਬਿਟਵੀਨ ਟੂ ਸਮਾਲ ਚਾਰਜ spheres having charge of 2.0 into 10 raised to the power 7 coulomb and 3.0 into 10 raised to the power minus 7 coulomb placed 0.3 meter apart in air is। ਹੁਣ ਬੱਚੇ ਧਿਆਨ ਨਾਲ ਦੇਖੋ, ਫਰਸਟ ਯੂਨਿਟ ਦੇ ਅੰਦਰ ਜਿਹੜਾ ਕੁਐਸਚਨ ਆਪਾਂ ਨੂੰ ਇੰਪੋਰਟੈਂਟ ਆ, ਸਭ ਤੋਂ ਪਹਿਲਾਂ ਤਾਂ ਬੱਚੇ ਫੋਰਸ ਵਾਲੇ ਕੁਐਸਚਨਸ ਹੀ ਇੰਪੋਰਟੈਂਟ ਆ। ਦੈਟ ਇਜ਼ F = 1/4πε0 Q0 Q2 ਡਿਵਾਈਡਡ ਬਾਈ R²। ਸੋ ਆਹ ਫਾਰਮੂਲਾ ਬੱਚੇ ਅੱਛੇ ਤਰੀਕੇ ਨਾਲ ਲਰਨ ਕਰ ਲਓ। ਈਜ਼ੀ ਨੂਮੈਰੀਕਲ ਆ, ਬਹੁਤ ਜ਼ਿਆਦਾ ਕੰਪਲੀਕੇਟਡ ਨਹੀਂ ਆ ਰਹੇ। ਸੋ ਦੇਖ ਲਓ ਤੁਹਾਨੂੰ Q1 ਗਿਵਨ ਹੈ, ਸੋ ਦਿਸ ਇਜ਼ Q1, ਦਿਸ ਇਜ਼ Q2 ਐਂਡ ਦਿਸ ਇਜ਼ R। ਇਹਦਾ ਮਤਲਬ ਸਾਰੀਆਂ ਟਰਮਸ ਸਾਨੂੰ ਗਿਵਨ ਆ, ਜਸਟ ਅਸੀਂ ਵੈਲਿਊਜ਼ ਹੀ ਪੁੱਟ ਕਰਨੀਆਂ ਆ, ਦੈਨ ਸਾਡਾ ਜਿਹੜਾ ਆ ਨੂਮੈਰੀਕਲ ਸੋਲਵ ਹੋ ਜਾਏਗਾ। ਸੋ ਅਸੀਂ ਲਿਖ ਰਹੇ ਹਾਂ ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਦ ਸਫੀਅਰ ਇਜ਼ ਗਿਵਨ ਬਾਈ F = 1/4πε0 Q1 Q2 ਡਿਵਾਈਡਡ ਬਾਈ R²। ਦੈਨ ਪੁੱਟ ਦ ਵੈਲਿਊਜ਼। 1/4πε0 ਦੀ ਵੈਲਿਊ ਕਿੰਨੀ ਹੁੰਦੀ ਆ 9 × 10⁻⁹। ਸੋ ਅਸੀਂ ਪੁੱਟ ਕਰ ਦਿੱਤੀ 9 × 10⁻⁹। Q1 ਦੀ ਵੈਲਿਊ ਬੱਚੇ 2 × 10⁻⁷ ਔਰ Q2 ਦੀ ਵੈਲਿਊ 3 × 10⁻⁻7। R ਦੀ ਵੈਲਿਊ 0.3 ਦਾ ਹੋਲ ਸਕੇਅਰ ਆ, ਤਾਂ ਬੱਚੇ ਸਕੇਅਰ ਕਰ ਦਿਓ। ਕੈਲਕੂਲੇਸ਼ਨ ਨੂੰ ਸੋਲਵ ਕਰਕੇ ਦੇਖੋ, ਤੁਹਾਡਾ ਬੱਚੇ ਆਨਸਰ ਆ ਜਾਏਗਾ 6 × 10⁻³ ਨਿਊਟਨ। ਸੋ ਬੱਚੇ ਆਪਸ਼ਨਸ ਦੇ ਵਿੱਚ ਦੇਖ ਲਓ
6 इंटू 10⁻³ वाली साडे को कोई भी ऑप्शन जिहड़ी आ अवेलेबल नहीं आ। इट मीनस कि इनू मीटर दे विच कन्वर्ट कर दो। हुण की कीता साडे को कितना आया 6 इंटू 10⁻³ न्यूटन। आ की है बच्चे मिली, सो 6 मिली न्यूटन। सो ऑप्शन नंबर ए इज़ अ राइट आंसर। डन। सो नैक्सट ते आ जाओ, क्वेश्चन नंबर सैकेंड आ बच्चे साडे कोल 200 जूल ऑफ वर्क इज परफॉर्म्ड इन कैरिंग अ चार्ज ऑफ -10 कूलम। सब तो पहला बच्चे नुमैरिकल करन दा तरीका ये आ कि एक लाइन पढ़ते जाओ और जो थानू गिवन आ वो वाली टर्म्स जड़ियाँ आ उतारते जाओ। सब तो पहला सानू गिवन आ 200 जूल। 200 जूल का की मतलब आ, सानू वर्क डन गिवन आ, वर्क दे यूनिट्स हुंदी आ बच्चे जूल, इहदा मतलब W की वैल्यू सानू गिवन आ 200। नैक्सट आ कैरिंग अ चार्ज, चार्ज मतलब Q की वैल्यू सानू गिवन आ 10 कूलम from infinity to a particular point in a uniform electrostatic field the potential of this point is, potential मतलब बच्चे V पता करना, V के इक्वल होता work done over charge, work done is 200 and Q is -10, 0 ਦੇ ਨਾਲ 0 cancel, so -20 volt is a right answer। so C option ਜਿਹੜਾ ਹੈ ਬੱਚੇ ਤੁਹਾਡਾ correct answer ਹੈ। next ਆ ਜਾਓ ਜੀ question number 3 ਤੇ A silver wire has a resistance of 2.1 ohm at 27.5 degrees Celsius। सो बच्चे पहला लाइन पढ़ते जावांगे, असी उदा ही फॉलो करना जिद्दां मैं तुहानूं दस रही हाँ। लाइन पढ़ते जाओ लिखते जाओ। रेजिस्टेंस R1 गिवन है और टैंपरेचर T1 गिवन है एंड रेजिस्टेंस ऑफ 2.7 ओम एंड 300 डिग्री सेल्सियस मतलब कि सानू T2 भी गिवन है। Now we have to find, determine the temperature coefficient of resistivity of silver। silver की resistivity मतलब बच्चे सानू अल्फा की वैल्यू जी असी फाइंड आउट करनी आ। नो वट इज़ द फॉर्मूला बच्चे, अल्फा का फॉर्मूला की होंदा R2 - R1 डिवाइडेड बाय R1 T2 - T1। सो बच्चे साडे को फॉर्मूला सानू पता आ। R2 की वैल्यू हुण साडे को कितनी आ, R2 इज़ 2.7 माइनस R1 कितनी बच्चे साडे कोल, R1 इज़ 2.1 डिवाइडेड बाय R1 इज़ 2.1 एंड T2 कितना बच्चे साडे को 100 माइनस T1 कितना 27.5। सो बच्चे स्टैप वाइज इनू सॉल्व कर लो। 2.7 माइनस 2.1 इज़ 0.6 डिवाइडेड बाय 2.1 100 चो बच्चे 27.5 निकाले तो 72.5। हुण इनू सॉल्व करन दे लई की करना है 2.1 नू 72.5 दे नाल मल्टीप्लाई करो, वी गेट 152.25। दैन 0.6 नू बच्चे 152.25 दे नाल डिवाइड करांगे तो फाइनली वी गेट 0.0039 डिग्री सेल्सियस। दिस इज़ अ फाइनल आंसर। बट तुसी देख सकते हैं साडी ऑप्शन दे विच इदां दा कोई भी आंसर नहीं आ। सो असीं 3 पॉइंट शिफ्ट करन लगे आ। 3 पॉइंट शिफ्ट करांगे, वी गेट 3.9 इंटू 10⁻³ डिग्री सेल्सियस। सो बच्चे आ साडा ऑप्शन जिहड़ा आ राइट आंसर आ जाएगा। क्लियर हो गया आफ्टर शिफ्टिंग द पॉइंट। नेक्स्ट इज इन अ मैग्नेटिक मेरिडियन ऑफ अ सर्टेन प्लेस द हॉरिजॉन्टल कंपोनेंट ऑफ अर्थ मैग्नेटिक फील्ड। हुण बच्चे सानू हॉरिजॉन्टल कंपोनेंट गिवन है, इहदा मतलब BH सानू गिवन है। BH की वैल्यू साडी कितनी आ 0.26 गॉज। ठीक है जी, क्योंकि आंसर भी गॉज दे विच आ, सो असी नहीं कन्वर्ट करांगे। अगर बच्चे आंसर टेस्ला दे विच हुंदा तां गॉज नू कन्वर्ट कर लेना सी, मल्टीप्लाई करना सी 10⁻⁻4 दे नाल, क्योंकि साडी स्टेटमेंट भी गॉज दे विच आ, आंसर भी गॉज दे विच आ, सो कन्वर्ट करन दी जरूरत नहीं आ। नैक्सट आ डिप एंगल है। डिप मतलब कॉस डेल्टा एंगल जिहड़ा सानू आ वो कॉस 60 डिग्री गिवन है। डेल्टा सानू गिवन है 60 डिग्री, कॉस डेल्टा इज इक्वल्स टू कॉस 60 डिग्री। कॉस 60 के इक्वल होंदा 1/2। वट इज द मैग्नेटिक फील्ड ऑफ द अर्थ। बच्चे मैग्नेटिक फील्ड के इक्वल होंदा, सो बी के इक्वल आएगा BH डिवाइडेड बाय कॉस डेल्टा। कित्थों फॉर्मूला आया बच्चे, सानू पता कि BH के इक्वल होंदा आ B कॉस डेल्टा दे। इत्थों B निकाल लो, B के इक्वल आएगा BH डिवाइडेड बाय B कॉस डेल्टा।
नाउ व्हाट इज BH 0.26 एंड cos डेल्टा 1 मल्टीप्लाई बाय 2 सो 0.26 ਨੂੰ ਬੱਚੇ ਜਦੋਂ 2 ਦੇ ਨਾਲ ਮਲਟੀਪਲਾਈ ਕਰਾਂਗੇ ਫਾਈਨਲੀ ਵੀ ਗੈਟ 0.52 ਗੌਸ ਸੋ ਇਹ ਆਪਸ਼ਨ ਜਿਹੜੀ ਆ ਤੁਹਾਡੀ ਕਰੈਕਟ ਆਨਸਰ ਆ ਜਾਏਗਾ ਸੋ ਬੱਚੇ ਇਸ ਤਰ੍ਹਾਂ ਦੇ ਨੂਮੈਰੀਕਲਸ ਮੋਸਟ ਇੰਪੋਰਟੈਂਟ ਆ ਸੋ ਇੱਦਾਂ ਦੇ ਨੂਮੈਰੀਕਲ ਜਿੰਨੇ ਵੀ ਤੁਹਾਨੂੰ ਪ੍ਰੈਕਟਿਸ ਦੇ ਲਈ ਤੁਹਾਡੀ ਹੈਲਪਿੰਗ ਬੁੱਕ ਦੇ ਵਿੱਚ ਜਾਂ ਫਿਰ ਤੁਹਾਨੂੰ ਬੱਚੇ ਕਿਸੇ ਵੀ ਆਪਣੀ ਬੁੱਕ ਦੇ ਅੰਦਰੋਂ ਮਿਲਦੇ ਆ ਤਾਂ ਜ਼ਰੂਰ ਕਰਕੇ ਜਾਓ नेक्स्ट a solenoid has a number of turns per unit n is equals to 100 turns per meter सो बच्चे सानू 100 turns per meter ਜਿਹੜੀ ਆ given है सो ਅਸੀਂ ਲਿਖ ਦਿੱਤਾ ਕਿ ਸਾਨੂੰ n given है and carries a current 2 ampere मतलब सानू I given है उन्होंने ने क्या मैग्नेटिक इंटेंसिटी और मैग्नेटिक इंटेंसिटी H मैग्नेटाइजिंग इंटेंसिटी H अप्लाइड फ्रॉम आउटसाइड इज गिवन बाय सो बच्चे साडा आंसर की होएगा H पता करन लई क्या H के इक्वल है NI व्हाट इज N इज 1000 और I इज 2 सो 2000 एम्पेयर पर मीटर सो ऑप्शन नंबर A इज अ राइट आंसर सो बच्चे बहुत ज़्यादा लेंथी जो कैलकुलेशन आ वो तुहाडे पेपर दे अंदर नहीं आ रही सो ट्राई करो कि थोड़े जे जिहड़ी कैलकुलेशन वाले जिहड़े आ अपनी न्यूमैरिकल जरूर करके जाओ ਉਹਦਾ ਰੀਜ਼ਨ ਕੀ ਆ ਜੇ ਤੁਸੀਂ ਥੋੜੀ ਜਿਹੀ ਡਿਫਿਕਲਟ ਲੈਵਲ ਦੀ ਤਿਆਰੀ ਕਰਕੇ ਜਾਓਗੇ ਤਾਂ ਪੇਪਰ ਅਗਰ ਥੋੜਾ ਜਿਹਾ ਉਹਦੇ ਨਾਲੋਂ ਲੋ ਲੈਵਲ ਦਾ ਆਇਆ ਹੋਏਗਾ ਤਾਂ ਤੁਹਾਨੂੰ ਪੇਪਰ ਬਹੁਤ ਈਜ਼ੀ ਲੱਗੇਗਾ ਅਗਰ ਰਾਜੇ ਤੁਸੀਂ ਸਿਰਫ ਔਰ ਸਿਰਫ ਮਤਲਬ ਕਿ ਸਿੰਪਲ ਔਰ ਈਜ਼ੀ ਕੁਐਸਚਨਸ ਕਰਕੇ ਜਾਓਗੇ ਤਾਂ ਡੈਫੀਨੇਟਲੀ ਤੁਹਾਨੂੰ ਪੇਪਰ ਦੇ ਅੰਦਰ ਕੋਈ ਨਾ ਕੋਈ ਫਾਰਮੂਲਾ ਭੁੱਲ ਜਾਏਗਾ ਫਿਰ ਤੁਸੀਂ ਕਹਿਣਾ ਕਿ ਅਸੀਂ ਆ ਨਹੀਂ ਕੀਤਾ ਸੀ ਆ ਆਊਟ ਆਫ ਸਿਲੇਬਸ ਆ ਗਿਆ ਜਾਂ ਇਹ ਡਿਫਿਕਲਟ ਲੈਵਲ ਆ ਗਿਆ ਸੋ ਡਿਫਿਕਲਟ ਨਹੀਂ ਆ ਰਹੇ ਪੇਪਰ ਬਸ ਤੁਸੀਂ ਆਪਣੀ ਤਿਆਰੀ ਪੂਰੀ ਰੱਖ ਕੇ ਜਾਣੀ ਆ 6th क्वेश्चन देखो अ प्योर इंडक्टर ऑफ 80 मीटर हैनरी मिली हैनरी सो बच्चे 80 सानू मिली हैनरी गिवन आ सो पहला तो इंडक्टर लिख लो मतलब कि L लिख लो L की वैल्यू सानू कितनी गिवन आ 80 मल्टीप्लाई बाय 10 रेज़ टू दी पावर -3 हैनरी इज कनैक्टेड टू अ सोर्स ऑफ 200 वोल्ट मतलब कि सानू V गिवन आ 200 वोल्ट द रूट मीन स्क्वायर करंट in the circuit if the frequency of the source is so बच्चे mu सानू कितनी गिवन आ 50 hertz now we have to find the root mean square current ਇਹਦਾ ਮਤਲਬ ਬੱਚੇ ਅਸੀਂ IRMS ਪਤਾ ਕਰਨਾ IRMS ਕਿਹਦੇ ਇਕੁਅਲ ਹੁੰਦਾ ਆ V ਡਿਵਾਈਡਡ ਬਾਈ XL ਹੁਣ XL ਕਿਹਦੇ ਇਕੁਅਲ ਹੈ ਬੱਚੇ ਓਮੇਗਾ L ਦੇ ਓਮੇਗਾ ਕਿਹਦੇ ਇਕੁਅਲ ਹੈ 2 ਪਾਈ mu L ਦੇ क्लियर हो गया जी now what is the value of V is 200 divided by 2 multiplied by 3.14 multiplied by frequency is 50 and L कितनी आ बच्चे 80 मल्टीप्लाई बाय 10 रेज़ टू दी पावर बच्चे 3 नीचे माइनस असी ऊपर जाके पॉजिटिव का हो जाएगा सो ये सारी कैलकुलेशन बच्चे सॉल्व करके देख लेना ਜਿਹੜਾ ਤੁਹਾਡਾ ਆਨਸਰ ਆਏਗਾ ਦੈਟ ਇਜ਼ 7.96 ਐਂਪੀਅਰ ਸੋ ਤੁਸੀਂ ਦੇਖ ਸਕਦੇ ਹੋ ਆਪਸ਼ਨ ਦੇ ਵਿੱਚ ਕੋਈ ਵੀ ਸਾਡਾ ਆਨਸਰ ਕਰੈਕਟ ਨਹੀਂ ਆ ਸੋ ਦਿਸ ਇਜ਼ ਨੀਅਰਲੀ ਇਕੁਅਲਸ ਟੂ 8 ਐਂਪੀਅਰ ਸੋ ਆਪਸ਼ਨ ਨੰਬਰ ਜਿਹੜਾ C ਆ ਦੈਟ ਇਜ਼ ਦ ਰਾਈਟ ਆਨਸਰ ਕਲੀਅਰ ਹੋ ਗਿਆ ਜੀ ਸੋ ਬੱਚੇ ਇਹ ਮੋਸਟ ਇੰਪੋਰਟੈਂਟ ਇੱਦਾਂ ਦੇ ਕੁਐਸਚਨਸ ਜਿਹੜੇ ਮੋਸਟ ਇੰਪੋਰਟੈਂਟ ਆ ਸੋ LR LC ਔਰ LCR ਸੀਰੀਜ਼ ਸਰਕਟ ਦੇ ਵਿੱਚ ਬੱਚੇ ਕਰੰਟ ਵੋਲਟੇਜ ਔਰ ਇੰਪੀਡੈਂਸ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਸੋਲਵ ਕਰਨੀਆਂ ਤੁਹਾਨੂੰ ਆਉਂਦੀਆਂ ਹੋਣੀਆਂ ਚਾਹੀਦੀਆਂ ਧਿਆਨ ਨਾਲ ਸੁਣ ਲਓ 4th ਯੂਨਿਟ ਆ ਬੱਚੇ 4th ਯੂਨਿਟ ਦੇ ਅੰਦਰ ਪਿਓਰ ਇੰਡਕਟਰ ਪਿਓਰ ਕਪੈਸਿਟਰ ਪਿਓਰ ਜਿਹੜਾ ਰੈਜ਼ਿਸਟਰ ਦੇ ਨੂਮੈਰੀਕਲਸ ਅੰਡਰਸਟੈਂਡਿੰਗ ਬੇਸਡ ਦੇ ਅੰਦਰ ਆ ਸਕਦੇ ਆ ਦੈਨ LR ਸਰਕਿਟ LC ਸਰਕਿਟ ਐਂਡ LCR ਸਰਕਿਟ ਇਹਦੇ ਵਿੱਚ ਜਿਹੜੇ ਨੂਮੈਰੀਕਲਸ ਆ ਉਹ ਤੁਹਾਨੂੰ ਨੂਮੈਰੀਕਲ ਜਿਹੜੇ ਐਪਲੀਕੇਸ਼ਨ ਬੇਸਡ ਆ ਲੌਂਗ ਦੇ ਵਿੱਚ ਆ ਸਕਦੇ ਆ ਨੈਕਸਟ ਆ ਜਾਓ In a plane electromagnetic wave, electric field oscillate simultaneously at a frequency of 2.0 into 10 raised to the power 10 hertz. So this is 10 raised to power 10 hertz. ਹੁਣ ਬੱਚੇ frequency ਸਾਨੂੰ ਮਤਲਬ ਕਿ mu given ਹੈ and amplitude. Amplitude ਮਤਲਬ ਕਿ ਜਿਹੜੀ ਤੁਹਾਡੀ electric field ਦੀ amplitude ਆ E given ਹੈ that is 48 volt per meter. The wavelength of the ਵੇਵ ਬੱਚੇ ਵੇਵਲੈਂਥ ਪਤਾ ਕਰਨੀ ਆ ਸੋ ਫਰਸਟ ਪੁਆਇੰਟ ਆ ਕਿ ਅਸੀਂ ਵੇਵਲੈਂਥ ਪਤਾ ਕਰਨੀ ਸੋ ਲੈਮਡਾ ਕਿਹਦੇ ਇਕੁਅਲ ਆ C ਡਿਵਾਈਡਡ ਬਾਈ ਮਿਊ ਸੋ ਵਟ ਇਜ਼ C 3 into 10 raised to the power 8 ਐਂਡ ਵਟ ਇਜ਼ ਮਿਊ ਕਿੰਨਾ ਆ 2.0 into 10 raised to the power 10 ਬੱਚੇ 2.0 ਆ ਮਤਲਬ ਕਿ ਅਸੀਂ ਡੈਸੀਮਲ ਅਗਰ ਹਟਾ ਵੀ ਦੇਵਾਂਗੇ ਤਾਂ ਨੀਚੇ 10 ਆ ਜਾਏਗਾ 0 ਨਾਲ 0 ਕੱਟਿਆ ਜਾਏਗਾ ਮਤਲਬ ਅਸੀਂ ਇਕੱਲਾ 2 ਲਿਖ ਸਕਦੇ ਹਾਂ
सो 3 ਨੂੰ ਬੱਚੇ 2 ਨਾਲ ਡਿਵਾਈਡ ਕੀਤਾ ਤਾਂ 1.5 ਇੰਟੂ 10 ਰੇਜ਼ ਟੂ ਦੀ ਪਾਵਰ ਬੱਚੇ 10 ਜਿਹੜਾ ਉੱਪਰ ਜਾਏਗਾ ਤਾਂ ਮਾਈਨਸ ਦੇ 10 ਹੋ ਜਾਣਗੇ, ਮਾਈਨਸ ਦੇ 10 ਚੋਂ ਪਲੱਸ ਦੇ 8 ਨਿਕਾਲੇ ਤਾਂ ਮਾਈਨਸ ਦੇ 2। ਸੋ ਸਾਡਾ ਫਰਸਟ ਆਂਸਰ ਆ ਗਿਆ 1.5 ਇੰਟੂ 10 ਰੇਜ਼ ਟੂ ਦੀ ਪਾਵਰ 2, मतलब कि आ रहा आंसर ਤੁਹਾਡਾ। ठीक है जी, मतलब कि सी ऑप्शन ਜਿਹੜੀ ਆ ਉਹ ਤੁਹਾਡਾ ਕਰੈਕਟ ਆਂਸਰ ਆਏਗਾ। ਸੋ ਆਪਾਂ ਪਹਿਲਾਂ ਸੋਲਵ ਕਰਕੇ ਦੇਖ ਲੈਂਦੇ ਆ ਬੱਚੇ ਇਲੈਕਟ੍ਰਿਕ ਫੀਲਡ। ਉਹਨਾਂ ਨੇ ਕਿਹਾ ਆ ਐਂਪਲੀਟਿਊਡ ਆਫ ऑसिलेशन मैग्नेटिक फील्ड ਰਿਸਪੈਕਟਿਵਲੀ ਆਰ ਗਿਵਨ ਬਾਈ। ਸੋ ਅਸੀਂ ऑसिलेशन ਨਿਕਾਲ ਕੇ ਦੇਖ ਲੈਂਦੇ ਆ ਵੀ ਸਾਡਾ ਇੰਨਾ ਹੀ ਆਂਸਰ ਆਂਦਾ ਆ। ਸੋ ਆਪਾਂ ਬੱਚੇ ਸੋਲਵ ਕਰਕੇ ਦੇਖਦੇ ਆ। ਸੋ ਸੀ ਕਿਹਦੇ ਇਕੁਅਲ ਹੁੰਦਾ ਆ E0 ਓਵਰ B0। ठीक है जी, उन्होंने की किया आ कि B0 पता करो, मैगनैटिक फील्ड पता करो। सो फॉर्मूला की आएगा B0 इज इक्वल टू E0 डिवाइडेड बाय C। सो E की वैल्यू बच्चे कितनी है थोड़ी 48। सो 48 डिवाइडेड बाय 3 इंटू 10 रेज टू दी पावर 8। सो कटिंग करके आ गया 16 इंटू 10 रेज टू दी पावर बच्चे 8 ऊपर जाएगा तो माइनस से 8, बट इत्थे आंसर कितना आ 1.6। सो पॉइंट शिफ्ट कर दो 1.6 इंटू 10 रेज टू दी पावर 7 टेस्ला। सो ऑप्शन नंबर जी सी आ बच्चे वो तुहाडा करैक्ट आंसर आ जाएगा। ठीक है जी, सो ऑप्शन नंबर सी तो जो करैक्ट कर लेना बच्चे। सी बी मैं हाईलाइट किया होया, सो बी आंसर नहीं है, सी आंसर है बच्चे। नैक्सट क्वेश्चन इज बच्चे ये क्वेश्चन भी जो थर्ड यूनिट के विचों लिया गया है। द मैगनैटिक नीडल इज सस्पेंडेड एट अ पॉइंट on the axial line of a magnet. On its eastern side induction produced a deflection of 30 degree। सो बच्चे डिफ्लैक्शन गिवन है, ਇਹਦਾ मतलब सानू थीटा गिवन है। सो डेल्टा एंगल सानू कितना गिवन है 30 डिग्री। ठीक है जी, आ चीज़ सानू गिवन है। इफ अर्थ मैगनैटिक फील्ड मतलब कि बी गिवन है राजे 4 इंटू 10 रेज टू पावर -5, द मैगनैटिक इंडक्शन एट दैट पॉइंट, उस पॉइंट ते कितना इंडक्शन होया असी ये फाइंड आउट करना। सो बच्चे इंडक्शन जड़ा है दैट इज इक्वल टू बी tan डेल्टा। सो tan डेल्टा बी की वैल्यू बच्चे कितनी 4 इंटू 10 रेज टू दी पावर -5। tan डेल्टा इज tan 30 डिग्री। tan 30 बच्चे कि 1 डिवाइडेड बाय √3। सो असी लिख सकते हैं 4 डिवाइडेड बाय √3 इंटू 10 रेज टू दी पावर -5। सो ऑप्शन नंबर जी सी है बच्चे करैक्ट आंसर आ जाएगा 4 डिवाइडेड बाय √3 इंटू 10 रेज टू दी पावर -5 टेस्ला। सो दिस इज द फाइनल आंसर बच्चे। नैक्सट क्वेश्चन इज अ सोर्स इज ट्रांसमिटेड EM वेव ऑफ फ्रिक्वेंसी। सो बच्चे सानू फ्रिक्वेंसी गिवन है। सो बच्चे इदा दे ही न्यूमैरिकल 5th यूनिट के विचों ज़्यादा पूछे जा रहे हैं। सो ट्राई करो कि इदा दे न्यूमैरिकल्स जड़े आ 2-3 ही कर लो, थोड़ी बहुत अच्छे तरीके नाल जड़ी तैयारी हो जाएगी। ਜਿਹੜੇ ਬੱਚਿਆਂ ਨੇ ਕਦੇ ਫਿਜ਼ਿਕਸ ਨੂੰ ਹੱਥ ਹੀ ਨਹੀਂ ਲਗਾਇਆ ਬੱਚੇ ਉਹ ਵੀ ਇਹ ਬੱਚੇ ਨੂਮੈਰੀਕਲ ਬਹੁਤ ਜ਼ਿਆਦਾ ਈਜ਼ੀ ਆ। 5th यूनिट ਦਾ 1 ਨੰਬਰ ਫ੍ਰੀ ਦਾ ਆਏਗਾ, ਸੋ ਜ਼ਰੂਰ ਕਰਕੇ ਜਾਣਾ। ਦ ਵੇਵਲੈਂਥ ਆਫ EM ਵੇਵ ਟਰਾਂਸਮਿਟਡ ਥਰੂ ਦ फ्रॉम द सोर्स विल बी। सो बच्चे सानू फॉर्मूला पता आ लैमडा कितना पता करांगे। लैमडा इज इक्वल्स टू C डिवाइडेड बाय म्यू। व्हाट इज C 3 इंटू 10 रेज टू पावर 8 विच इज़ अ स्टैंडर्ड वैल्यू। व्हाट इज फ्रिक्वेंसी 8.2 इंटू 10 रेज टू दी पावर 6। सो बच्चे जो असीं इहनूं सॉल्व करांगे वी गेट 0.36585 इंटू 10 रेज टू दी पावर बच्चे 8 विचों 6 गए तो 2, क्योंकि -6 ऊपर जाएगा तो -6 बन जाएगा तो इत्थे आ जाएगा 2। हुण बच्चे डेसीमल्स जो असीं शिफ्ट करांगे 36 पॉइंट इन्हें इनू एक कैरी दे दिता तो 6 लिख सकते हैं मीटर। ठीक है जी, पॉइंट शिफ्ट किया कुछ नहीं किया। सो 36.6 मतलब कि ऑप्शन नंबर ए जी दैट इज़ द राइट आंसर। डन। सो नैक्सट क्वेश्चन आ बच्चे क्वेश्चन नंबर 10th है। कहते 2 पैरल मैटल प्लेट्स आ हैविंग अ चार्ज +Q ਤੇ -Q फेसिंग ईच अदर। ਤਾਂ ਕਹਿੰਦੇ ਜਿੱਦਾਂ ਹੀ ਉਹਨੂੰ ਅਸੀਂ ਕੈਰੋਸਿਨ ਆਇਲ ਦੇ ਅੰਦਰ ਰੱਖਾਂਗੇ ਤਾਂ ਇਲੈਕਟ੍ਰਿਕ ਫੀਲਡ ਜਿਹੜੀ ਆ ਉਹਨੂੰ ਕੀ ਹੋ ਜਾਏਗਾ ਬੱਚੇ, ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਡਿਕਰੀਜ਼ ਹੋ ਜਾਏਗੀ। ਉਹਦਾ ਰੀਜ਼ਨ ਕੀ ਆ, ਜਿਹੜਾ ਤੁਹਾਡੀ ਇਲੈਕਟ੍ਰਿਕ ਫੀਲਡ ਹੁੰਦੀ ਆ ਦੈਟ ਇਜ਼ ਸਿਗਮਾ ਡਿਵਾਈਡਡ ਬਾਈ ਐਪਸਾਈਲਨ ਨੋਟ। ਜਿੱਦਾਂ ਹੀ ਅਸੀਂ ਉਹਨੂੰ ਇਸ ਨੂੰ ਕਿਸੇ ਡਾਇਲੈਕਟ੍ਰਿਕ ਕਾਂਸਟੈਂਟ ਸਾਡੇ ਕੋਲ ਇਸ ਟਾਈਮ ਕੀ ਆ ਕੈਰੋਸਿਨ ਆਇਲ, ਜਿੱਦਾਂ ਹੀ ਅਸੀਂ ਪਲੇਟਸ ਨੂੰ ਕੈਰੋਸਿਨ ਆਇਲ ਵਾਲੀ ਕਿਸੇ ਉਹਦੇ ਵਿੱਚ ਡਿਪ ਕੀਤਾ ਤਾਂ ਕਹਿੰਦੇ ਹੁਣ ਕੇ ਕੀ ਇੱਥੇ ਕੇ ਕੌਨਸਟੈਂਟ ਆ। ਹੁਣ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਕੀ ਆ E ਇਜ਼ ਇਕੁਅਲਸ ਟੂ ਸਿਗਮਾ ਡਿਵਾਈਡਡ ਬਾਈ ਐਪਸਾਈਲਨ ਨੋਟ। ਜਦੋਂ ਬੱਚੇ ਅਸੀਂ ਕਿਸੇ ਡਾਇਲੈਕਟ੍ਰਿਕ ਦੀ ਗੱਲ ਕਰੀਏ ਤਾਂ ਕੇ ਨਾਲ ਡਿਵਾਈਡ ਕਰ ਦਿੱਤਾ ਆ। ਠੀਕ ਹੈ ਜੀ, ਇਹਦਾ ਮਤਲਬ ਇਲੈਕਟ੍ਰਿਕ ਫੀਲਡ ਜਿਹੜਾ ਆ ਬੱਚੇ ਕੇ ਦੇ ਕੀ ਆ ਇਨਵਰਸਲੀ ਪ੍ਰੋਪੋਰਸ਼ਨਲ। ਸੋ ਜਿੱਦਾਂ ਹੀ ਕੇ ਦੇ ਵਿੱਚ ਅਸੀਂ ਡਿਪ ਕਰਾਂਗੇ, ਜੇ ਅਸੀਂ ਕੇ ਨੂੰ ਇਨਕਰੀਜ਼ ਕਰ ਰਹੇ ਹਾਂ ਡੈਫੀਨੇਟਲੀ ਬੱਚੇ ਪਹਿਲਾਂ ਉਹ ਸਾਡੇ ਕੋਲ ਕੋਈ ਡਾਇਲੈਕਟ੍ਰਿਕ ਮੀਡੀਅਮ ਹੈ ਨਹੀਂ ਸੀ, ਜਿੱਦਾਂ ਹੀ ਅਸੀਂ ਆ ਪਲੇਟਸ ਨੂੰ ਕਿਸੇ ਕੈਰੋਸਿਨ ਦੇ ਅੰਦਰ ਐਡ ਕੀਤਾ ਤਾਂ ਡਾਇਲੈਕਟ੍ਰਿਕ ਮਤਲਬ ਕਿ ਪ੍ਰੈਜ਼ੈਂਟ ਆ ਤਾਂ ਇਲੈਕਟ੍ਰਿਕ ਫੀਲਡ ਕੀ ਹੋ ਜਾਏਗੀ ਘਟ ਜਾਏਗੀ। ਜੇ ਤੁਸੀਂ ਬੱਚੇ ਕੈਰੋਸਿਨ ਆਇਲ ਜਾਂ ਐਕਸੈਕਟਰਾ ਡਾਇਲੈਕਟ੍ਰਿਕ ਜਿਹੜੀ ਆ
कॉन्स्टेंट ਉਹਨੂੰ इंक्रीज करते जाओगे, इलैक्ट्रिक फील्ड डिक्रीज करता जाएगा। क्लियर हो गया। सो नैक्सट क्वेश्चन ते आ जाओ, क्वेश्चन नंबर 11 ते। दिस इज़ द मोस्ट इंपॉर्टेंट क्वेश्चन बच्चे। इदा के क्वेश्चन आप बिल्कुल नहीं छड्ड के जाने। जिन्ने भी कन्वर्जन वाले तुहानूं बच्चे न्यूमैरिकल्स मिलते हैं ना गलवैनोमीटर नाल रिलेटेड, जरूर करके जाना बच्चे। 90% चांस हैगे आ कि गलवैनोमीटर वाला न्यूमैरिकल जिहड़ा पुछ लिया जाएगा। हुण देखो 45 ओम गलवैनोमीटर इज शंटेड। हुण गलवैनोमीटर दी रेजिस्टेंस मतलब सानूं बच्चे जी गिवन है, शंटेड बाय अ रेजिस्टेंस ऑफ 5 ओम। सो एस सानूं गिवन है। परसेंटेज ऑफ द टोटल करंट जिहड़ी असीं पता करनी आ। अदरवाइज बच्चे एस दा फॉर्मूला की हुंदा, एस इज इक्वल्स टू आई जी जी आई माइनस आई जी। उन्होंने क्या परसेंटेज ऑफ द टोटल करंट, परसेंटेज ऑफ द टोटल करंट हुंदा बच्चे आई जी ओवर आई। सो आप इनू अरेंज करके देख लैंने। सो एस आई माइनस एस नू बच्चे मल्टीप्लाई करांगे जी दे नाल, तो इस तरीके नाल आ गया। हुण आई जी एक पासे लै जाओ, एस आई इज इक्वल्स टू बच्चे आई जी दूसरी तरफ लैके जावांगे तो प्लस का हो जाएगा, आई जी कॉमन निकाल लो, आ गया एस प्लस जी। ठीक है जी, यदा मतलब आई जी ओवर आई इज इक्वल्स टू एस प्लस जी ओवर एस। सो बच्चे देखो आई जी ओवर आई जी आ टर्म असी पता करनी आ। सो आ साडे को फॉर्मूला बन गया, वट इज़ एस। एस की वैल्यू कितनी है बच्चे 5, जी की वैल्यू कितनी सानू गिवन है 45, डिवाइडेड बाय एस की वैल्यू बच्चे साडे कोल आई जी ओवर जी। ठीक है, आई जी ओवर जी। सो बच्चे एस ओवर मैं उल्टा लिख दिता, एस डिवाइडेड बाय एस प्लस जी। ठीक है, रेसिप्रोकल उल्टा ले लिया। सो एस की वैल्यू बच्चे साडे को कितनी आ 5 और एस की वैल्यू 5 प्लस जी की वैल्यू 45। सो साडे को कितना आ गया 5 डिवाइडेड बाय 50। सो कट के आ गया 1/10। सो बच्चे 1/10 जी आ साडे को आई जी ओवर आई की वैल्यू आई है 1/10। उन्होंने क्या परसेंटेज पता करो, मतलब कि 100 ना मल्टीप्लाई कर दो, 0 ना 0 कटिया गया तो आ गया साडे को 10%। 10% मतलब कि डी ऑप्शन जी थोड़ी करैक्ट आंसर आ जाएगा। बच्चे नैक्सट क्वेश्चन इज, एन इलैक्ट्रॉन इन अ सर्कुलर ऑर्बिट ऑफ रेडियस 0.05 नैनोमीटर। सो बच्चे नैनोमीटर गिवन है, इसका मतलब पहला तो इनू मीटर कन्वर्ट करो। सो आर की वैल्यू आ जाएगी 0.05 इंटू 10⁻⁹ मीटर। सो बच्चे पॉइंट्स असी शिफ्ट करांगे 5 इंटू 10⁻⁻11 मीटर। सो दिस इज द वैल्यू ऑफ आर। परफॉर्म्स 10⁻6 revolution per second. So it means कि सानू frequency given है 10⁻16. The magnetic moment due to this rotation of electron is. Now we have to find magnetic moment due to this rotation. So असी म्यू पता करना, म्यू के इक्वल है बच्चे आई ए दे। नाउ वट इज़ आई, ना तो बच्चे सानू आई पता और ना ही सानू ए पता। हुण प्रॉब्लम की होएगी, असी कन्वर्ट कर लेना आई नू, आई इज इक्वल्स टू ई म्यू, ए मतलब एरिया। सो बच्चे एरिया के इक्वल है, दैट इज़ पाई आर स्केयर। पाई की वैल्यू 3.14 और आर की वैल्यू कितनी है 5 इंटू 10⁻⁻11 दा होल स्केयर। सो आ सारी टर्म नू सॉल्व करांगे, साडे को आ जाएगा 7.85 इंटू 10⁻⁻21 मीटर स्केयर। सो साडे को मतलब कि एरिया आ गया। सो ये किहदे इक्वल है, एरिया दे इक्वल। सो बच्चे एरिया पता, ई की वैल्यू कितनी हुंदी है 1.6 इंटू 10⁻⁻19। फ्रिक्वेंसी बच्चे सानू गिवन है 10⁻16 और एरिया बच्चे हुण असी सॉल्व करके हटे हैं 7.85 मल्टीप्लाई बाय 10⁻⁻21। सो बच्चे सारी कैलकुलेशन नू तुसी सॉल्व कर लो। फाइनली वी गेट 1.26 मल्टीप्लाई बाय 10⁻⁻23। सो बच्चे ऑप्शन चेक कर लो, ऑप्शन नंबर जी डी आ वो तुहाडा करैक्ट आंसर है। क्लीयर हो गया जी। सो नैक्सट क्वेश्चन ते चलते हैं बच्चे। जिद्दां दे क्वेश्चनस मैं तुहानू करवा रही हाँ ना, जरूरी नहीं है कि यही जिहड़े MCQs आ जां यही न्यूमैरिकल्स असी सॉल्व करके जाने आ। मैं तुहानू ये दस रही हाँ कि इदां दे न्यूमैरिकल्स इंपॉर्टेंट आ, इहदा मतलब इदां दे न्यूमैरिकल्स पेपर विच आउण दे चांसिस हैगे आ। सो जरूरी नहीं है कि उन्होंने रिंपल मैम दी यूट्यूब तो वीडियो देखी तो तुहानू पेपर पाउणगे। ਇਹਦਾ मतलब ये न्यूमैरिकल्स मोस्ट इंपॉर्टेंट आ। ਇਹਦੇ ਨਾਲ ਦੇ न्यूमैरिकल्स अपनी बुक ਦੇ ਵਿੱਚੋਂ, अपनी हैल्पिंग बुक ਦੇ ਵਿੱਚੋਂ ਜ਼ਰੂਰ ਪੜ੍ਹ ਕੇ ਜਾਣਾ। क्लीयर हो गया। ये ना होवे बच्चे पेपर तो बाद इत्थे कमेंट सैक्शन दे विच कमेंट भरे पे होण कि मैम ਇਹਦੇ ਵਿੱਚੋਂ ਤਾਂ कुछ भी नहीं आया। सो बच्चे इंपॉर्टेंट क्वेश्चनस दस रही कि इस तरह के क्वेश्चनस जोड़े आ पेपर के अंदर आ सकते हैं। सो इस टाइप के जोड़े MCQs जोड़े इस टाइप के न्यूमैरिकल्स आ जरूर करके जाना। ठीक है जी।
ਬੱਚੇ 100% ਇਹ ਵੀਡੀਓ ਤੁਹਾਡੇ ਲਈ ਬਹੁਤ ਕਹਿ ਲਓ ਫਾਇਦੇਮੰਦ ਹੋਣ ਵਾਲੀ ਆ, ਸੋ ਜ਼ਰੂਰ ਕਰਕੇ ਜਾਣਾ ਬੱਚੇ ਇਹ ਨੂਮੈਰੀਕਲਸ। ਨੈਕਸਟ ਆ ਜਾਓ, ਦ ਚਾਰਜ ਔਨ 3 ਮਾਈਕਰੋਫੈਰਡ ਕਪੈਸਿਟਰ ਸ਼ੋਜ਼ ਇਨ ਦ ਫਿਗਰ। ਹੁਣ ਅਸੀਂ ਚਾਰਜ ਮਤਲਬ ਕਿ ਕੀ ਪਤਾ ਕਰਨਾ, ਕਿਉਂ ਪਤਾ ਕਰਨਾ। ਪਹਿਲਾਂ ਤਾਂ ਬੱਚੇ ਸਾਨੂੰ ਕਪੈਸਿਟਰ ਦੇਖਣਾ ਹੋਏਗਾ ਕਿ ਇਹ ਸੀਰੀਜ਼ ਆ ਕਿ ਪੈਰਲਲ ਆ। ਕਰੰਟ ਬੱਚੇ ਇੱਧਰ ਗਿਆ, ਸੇਮ ਕਰੰਟ ਫਲੋ ਹੋ ਰਿਹਾ, ਇਹ ਕਰੰਟ, ਇਹਦਾ ਮਤਲਬ ਇਹ ਕਾਹਦੇ ਵਿੱਚ ਆ, ਸੀਰੀਜ਼ ਦੇ ਵਿੱਚ। ਸੋ ਸੀਰੀਜ਼ ਦਾ ਫਾਰਮੂਲਾ ਕੀ ਹੁੰਦਾ ਆ, CS ਇਜ਼ ਇਕੁਅਲਸ ਟੂ 1/C1 plus 1/C2 plus 1/C3. What is C1? 1/2 plus 1/3 plus 1/6. Now take LCM. We get 3 plus 2 plus 1 divide is equals to 6/6। मतलब कि ਤੁਹਾਡੇ ਕੋਲ CS ਦੀ ਵੈਲਿਊ ਕਿੰਨੀ ਆ ਗਈ, 1। ਸੋ ਬੱਚੇ ਸਾਡੇ ਕੋਲ ਕਪੈਸਿਟਰ ਦੀ ਵੈਲਿਊ ਆ ਗਈ, ਇਕੁਇਵਲੈਂਟ ਕਪੈਸਿਟੈਂਸ ਦੀ ਵੈਲਿਊ ਆ ਗਈ 1। ਹੁਣ ਬੱਚੇ ਉਹਨਾਂ ਨੇ ਕਿਹਾ C ਇਜ਼ ਇਕੁਅਲਸ ਟੂ Q ਕਿਹਦੇ ਇਕੁਅਲ ਹੁੰਦਾ, CV ਦੇ। ਸੋ Q ਪਤਾ ਕਰਨ ਲਈ ਕਿਹਾ ਆ, Q ਜਿਹੜਾ ਕਿਹਦੇ ਅਕ੍ਰੋਸ ਹੋਏਗਾ। ਸੋ C ਜਿਹੜਾ ਇਕੁਇਵਲੈਂਟ ਜਾਂ S ਜਿਹੜਾ ਆ ਅਸੀਂ ਕਿੰਨਾ ਪਤਾ ਕੀਤਾ ਆ, ਸੀਰੀਜ਼ ਵਾਲਾ 1। ਐਂਡ ਵੋਲਟੇਜ ਬੱਚੇ ਸਾਨੂੰ ਕਿੰਨੀ ਗਿਵਨ ਆ, 10। ਸੋ Q ਦੀ ਵੈਲਿਊ ਕਿੰਨੀ ਆਏਗੀ, 10 ਮਾਈਕਰੋਫੈਰਡ। ਸੋ 10 ਮਾਈਕਰੋਫੈਰਡ। ਸੋ ਆਪਸ਼ਨ ਨੰਬਰ ਚੈੱਕ ਕਰ ਲਓ ਬੱਚੇ, B ਆਪਸ਼ਨ ਇਜ਼ ਦਾ ਰਾਈਟ ਆਂਸਰ। ਕਲੀਅਰ ਹੋ ਗਿਆ ਜੀ। ਸੋ ਬੱਚੇ ਨੈਕਸਟ ਕੁਐਸਚਨ ਤੇ ਚੱਲਦੇ ਹਾਂ। Calculate the resistivity of a material of wire 1.0 meter long, 0.4 millimeter in diameter and having resistance of 2.0 ohm। ਬੱਚੇ ਇੱਦਾਂ ਦੇ ਕੁਐਸਚਨਸ ਜਿਹੜੇ ਆ ਇੰਪੋਰਟੈਂਟ ਕੁਐਸਚਨ ਆ ਜਿਹਦੇ ਵਿੱਚ ਰੈਜ਼ਿਸਟਿਵਿਟੀ ਜਿਹੜੀ ਆ ਪੁੱਛੀ ਜਾ ਰਹੀ ਆ। ਉਹਨਾਂ ਨੇ ਇਹ ਕੈਲਕੂਲੇਟ ਦ ਰੈਜ਼ਿਸਟਿਵਿਟੀ ਮਤਲਬ ਬੱਚੇ ਰੋ ਪਤਾ ਕਰਨਾ, ਜੇ ਰੈਜ਼ਿਸਟੈਂਸ ਕਿਆ ਹੋਵੇ ਤਾਂ ਆਰ ਪਤਾ ਕਰਨਾ, ਸਪੈਸੀਫਿਕ ਰੈਜ਼ਿਸਟੈਂਸ ਕਿਆ ਹੋਵੇ ਇਟ ਮੀਨਸ ਕਿ ਉਹ ਵੀ ਰੋ ਹੁੰਦੀ ਆ। ਸੋ ਆਪਣੀ ਕਾਪੀ ਦੇ ਉੱਪਰ ਵੱਡਾ ਵੱਡਾ ਕਰਕੇ ਲਿਖ ਲਓ, ਸਪੈਸੀਫਿਕ ਰੈਜ਼ਿਸਟੈਂਸ ਮੀਨਸ ਰੈਜ਼ਿਸਟਿਵਿਟੀ। ਠੀਕ ਹੈ ਜੀ। ਵਾਇਰ ਦੀ ਲੈਂਥ ਬੱਚੇ ਤੁਹਾਨੂੰ L ਗਿਵਨ ਹੈ, ਸੋ ਅਸੀਂ ਲਿਖ ਰਹੇ L ਇਜ਼ ਇਕੁਅਲ ਟੂ 1.0 ਮੀਟਰ। ਡਾਇਆਮੀਟਰ ਕਿੰਨਾ ਗਿਵਨ ਹੈ ਬੱਚੇ ਤੁਹਾਨੂੰ, ਡਾਇਆਮੀਟਰ ਗਿਵਨ ਹੈ 0.4 ਮਿਲੀਮੀਟਰ। ਸੋ ਬੱਚੇ ਸਾਨੂੰ ਡਾਇਆਮੀਟਰ ਦਾ ਇਹਦੇ ਵਿੱਚ ਕੋਈ ਕੰਮ ਨਹੀਂ, ਸਾਨੂੰ ਚਾਹੀਦਾ ਰੇਡੀਅਸ। ਸੋ ਰੇਡੀਅਸ ਕਿੰਨਾ ਆ ਜਾਏਗਾ, 0.2 ਮਿਲੀਮੀਟਰ। ਮਿਲੀਮੀਟਰ ਨੂੰ ਮੀਟਰ 'ਚ ਕਨਵਰਟ ਕਰਾਂਗੇ ਤਾਂ ਕਿੰਨਾ ਆ ਜਾਏਗਾ, 0.2 × 10⁻³ ਮੀਟਰ। -3 ਮੀਟਰ ਨੂੰ ਬੱਚੇ ਆਹ ਪੁਆਇੰਟ ਸ਼ਿਫਟ ਕੀਤਾ ਤਾਂ 2 × 10⁻⁴ ਮੀਟਰ। ਆ ਤੁਹਾਡਾ R ਆ ਗਿਆ। ਠੀਕ ਹੈ ਜੀ। R ਗਿਵਨ ਹੈ ਐਂਡ ਹੈਵਿੰਗ ਰੈਜ਼ਿਸਟੈਂਸ ਮਤਲਬ ਕਿ ਸਾਨੂੰ R ਦੀ ਵੈਲਿਊ ਗਿਵਨ ਹੈ ਕਿ 2 ਓਮ ਹੈ। ਕਲੀਅਰ ਹੋ ਗਈ, ਇੰਨੀ ਚੀਜ਼ ਸਾਨੂੰ ਪਤਾ ਆ। ਹੁਣ ਉਹਨਾਂ ਨੇ ਕਿਹਾ ਰੋ ਪਤਾ ਕਰੋ। ਵਟ ਇਜ਼ ਦ ਵੈਲਿਊ ਆਫ ਰੋ ਬੱਚੇ, ਆਰ ਕਿਹਦੇ ਇਕੁਅਲ ਹੁੰਦੀ ਆ, ਰੋ L/A। ਸੋ ਇਹਦਾ ਮਤਲਬ ਰੋ ਕਿਹਦੇ ਇਕੁਅਲ ਆਏਗੀ, RA ਡਿਵਾਈਡਡ ਬਾਈ L। ਹੁਣ ਬੱਚੇ ਆਰ ਦੀ ਵੈਲਿਊ ਕਿੰਨੀ ਆ, 2.0 ਮਤਲਬ ਅਸੀਂ ਇਹਨੂੰ 2 ਲਿਖ ਸਕਦੇ ਹਾਂ। ਨੈਕਸਟ A ਦੀ ਵੈਲਿਊ, ਹੁਣ ਬੱਚੇ A ਦੀ ਵੈਲਿਊ ਸਾਨੂੰ ਕਿਤੇ ਨਹੀਂ ਗਿਵਨ, ਬਟ ਅਸੀਂ A ਨੂੰ ਲਿਖ ਸਕਦੇ ਹਾਂ πr² ਡਿਵਾਈਡਡ ਬਾਈ ਲੈਂਥ ਕਿੰਨੀ ਆ ਬੱਚੇ, 1 ਮੀਟਰ ਮਤਲਬ ਕਿ 1.0 ਆ ਤਾਂ 1.0 ਨੂੰ 1 ਅਸੀਂ ਲਿਖ ਸਕਦੇ ਹਾਂ। ਸੋ ਲਿਖੋ ਜੀ 2 × 22/7 ਜਾਂ 3.14 ਵੀ ਤੁਸੀਂ ਲਿਖ ਸਕਦੇ ਹਾਂ। R² ਮਤਲਬ ਕਿ ਇਹਦਾ ਸਕੁਅਰ ਆ ਬੱਚੇ 2 2 ਆ 4 × 10⁻⁻4 ਦਾ ਸਕੁਅਰ ਜਦੋਂ ਅਸੀਂ ਕਰਾਂਗੇ ਤਾਂ -8 ਆ ਜਾਏਗਾ। ਕਲੀਅਰ ਹੋ ਗਿਆ। ਸੋ ਬੱਚੇ ਆ ਸਾਰੀ ਕੈਲਕੂਲੇਸ਼ਨ ਨੂੰ ਸੋਲਵ ਕਰਕੇ ਦੇਖੋ, ਸਾਡੇ ਕੋਲ ਆ ਜਾਏਗਾ 2.514 × 10⁻⁻। ਸੋ ਬੱਚੇ ਪੁਆਇੰਟ ਜਿਹੜਾ ਆ ਮੈਂ ਤੁਹਾਨੂੰ ਸ਼ਿਫਟ ਕਰਕੇ ਦੱਸ ਰਹੀ ਹਾਂ। ਸੋ ਸਾਰਾ ਕੁਛ, ਸੋ 10⁻⁻, ਅਦਰਵਾਈਜ਼ ਤੁਹਾਡਾ ਆਏਗਾ 25.14 × 10⁻⁻8। ਹੁਣ ਕੀ ਕਰਨਾ ਤੁਸੀਂ, ਇਸ -8 ਨੂੰ ਪੁਆਇੰਟ ਸ਼ਿਫਟ ਕਰਨਾ ਬੱਚੇ, ਤਾਂ ਪੁਆਇੰਟ ਸ਼ਿਫਟ ਕਰਨ ਤੋਂ ਬਾਅਦ ਤੁਹਾਡਾ ਆਂਸਰ ਕਿੰਨਾ ਆਏਗਾ, 2.514 × 10⁻⁻7 ਓਮ ਮੀਟਰ। ਸੋ ਉਹਦੇ ਅਕੋਰਡਿੰਗਲੀ ਬੱਚੇ ਤੁਹਾਡਾ ਆਪਸ਼ਨ ਨੰਬਰ ਜਿਹੜਾ C ਆ ਉਹ ਕਰੈਕਟ ਆਂਸਰ ਹੈ। ਬੱਚੇ ਨੈਕਸਟ ਕੁਐਸਚਨ ਨੰਬਰ 17 ਤੇ ਆ ਜਾਓ। ਅ ਸੈਲ ਆਫ EMF 2 ਵੋਲਟ ਐਂਡ ਇੰਟਰਨਲ ਰੈਜ਼ਿਸਟੈਂਸ 0.1 ਓਮ ਇਜ਼ ਕਨੈਕਟਡ ਟੂ ਅ 3.9 ਓਮ एक्सटर्नल रेजिस्टेंस। बच्चे इंटरनल रेजिस्टेंस मतलब कि स्मॉल आर गिवन है, सो स्मॉल आर लिखता 0.1 ओम और एक्सटर्नल रेजिस्टेंस मतलब कि सानू 0.3.9 जी एक्सटर्नल रेजिस्टेंस गिवन है, आर गिवन है कैपिटल आर और ये स्मॉल आर गिवन है। ठीक है। EMF मतलब कि थानू E गिवन है 2 वोल्ट। वट विल बी द पोटेंशियल डिफरेंस अक्रॉस द टर्मिनल मतलब कि असी V पता करना। सो V का फॉर्मूला की हुंदा आ, ER डिवाइडेड बाय R प्लस R। सो सारी वैल्यू सानू गिवन आ, जस्ट वैल्यूज पुट करनिया तो असी अपना आंसर सॉल्व करना। सो उहदे अकॉर्डिंगली बच्चे साडी ऑप्शन नंबर जी D आ वो करैक्ट आंसर आ जाएगी।
Next numerical is a solenoid of length 50 centimeter having 100 turns carrying current 2.5 ampere. So बच्चे देखो तो length मतलब L given है, number of turns N given है, current I given है, find the magnetic field मतलब B ਜਿਹੜੀ ਹੈ ਤੁਸੀਂ ਪਤਾ ਕਰਨੀ ਆ। ਸੋ ਬੱਚੇ solenoid ਵਾਲੇ ਜਿਹੜੇ ਕੁਐਸਚਨਸ ਆ ਉਹ ਆਪਾਂ ਕਾਫੀ ਸੈਂਪਲ ਪੇਪਰ ਦੇ ਵਿੱਚ ਵੀ ਦੇਖੇ ਗਏ ਆ। ਸੋ solenoid ਵਾਲੇ ਕੁਐਸਚਨਸ ਬਿਲਕੁਲ ਵੀ ਤੁਸੀਂ 3rd ਯੂਨਿਟ ਦੇ ਵਿੱਚੋਂ ਸਕਿਪ ਨਹੀਂ ਕਰਕੇ ਜਾਣੇ। ਸੋ ਫਾਰਮੂਲਾ ਹੈ ਬੱਚੇ B इज इक्वल्स टू म्यू नॉट NI। म्यू नॉट की वैल्यू बच्चे ਤੁਹਾਡੇ ਕੋਲ ਕਿੰਨੀ ਹੁੰਦੀ ਆ 4 ਪਾਈ × 10⁻⁻7। ਇਹ ਸਟੈਂਡਰਡ ਵੈल्यू ਆ, ਤੁਹਾਨੂੰ ਲਰਨ ਹੋਣੀ ਚਾਹੀਦੀ ਆ। N ਦੀ ਵੈल्यू ਸਾਨੂੰ 100 ਗਿਵਨ ਹੈ ਔਰ I ਦੀ ਵੈल्यू 2.5। ਸੋ ਜਸਟ ਵੈल्यूज ਪੁੱਟ ਕਰੋ, ਤੁਹਾਡਾ ਆਨਸਰ ਆ ਜਾਏਗਾ। ਦਿਸ ਇਜ਼ ਦ ਇੰਟੀਰੀਅਰ ਆਫ ਦ ਸੋਲੀਨਾਈਡ। ਜੋ ਮੈਗਨੈਟਿਕ ਫੀਲਡ ਆ ਉਹ ਅੰਦਰਲੇ ਪਾਸੇ ਕਿੰਨੀ ਆ, ਦੈਟ ਇਜ਼ 6.28। ਅਗਰ ਅਸੀਂ ਸੋਲੀਨਾਈਡ, ਹੁਣ ਬੱਚੇ ਸੋਲੀਨਾਈਡ ਆ ਤੁਹਾਡਾ ਸੋਲੀਨਾਈਡ ਆ ਜਿਹਦੇ ਅੰਦਰ ਇੱਕ ਰੋਡ ਹੈ, ਉਹ ਕਹਿੰਦੇ ਤੇ ਐਂਡ ਦੇ ਉੱਪਰ ਕਿੰਨਾ ਜਿਹੜਾ ਮੈਗਨੈਟਿਕ ਫੀਲਡ ਹੋਏਗਾ, ਮਤਲਬ ਇਸ ਪੋਰਸ਼ਨ ਔਰ ਇਸ ਪੋਰਸ਼ਨ ਦੇ ਅੰਦਰ ਮੈਗਨੈਟਿਕ ਫੀਲਡ ਕਿੰਨੀ ਹੋਏਗੀ। ਸੋ ਬੱਚੇ ਕਿਉਂਕਿ ਉਹਦੇ ਐਜਿਸ ਤੇ ਆ ਤਾਂ ਅਸੀਂ ਉਹਨੂੰ ਹਾਫ ਕਰ ਦੇਣਾ। ਐਟ ਦ ਐਂਡ ਆਫ ਦ ਸੋਲੀਨਾਈਡ ਜੋ ਵੀ ਤੁਹਾਡਾ ਆਨਸਰ ਆਇਆ ਇਹਨੂੰ ਡਿਵਾਈਡਡ ਬਾਈ 2 ਕਰ ਦਿਓ। ਸੋ ਕਟਿੰਗ ਕਰਕੇ ਆ ਜਾਏਗਾ 3.14। ਸੋ 3.14 × 10⁻⁻14। ਸੋ ਆ ਸਾਰੀ ਵੈਲਿਊ ਪੁੱਟ ਕਰਨ ਦੀ ਜ਼ਰੂਰਤ ਨਹੀਂ ਆ। म्यू नॉट NI ਜਿਹੜਾ ਅਸੀਂ ਆਲਰੇਡੀ ਸੋਲਵ ਕਰ ਚੁੱਕੇ ਹਾਂ, म्यू नॉट NI। ਸੋ ਡਾਇਰੈਕਟ ਜਿਹੜੀ ਆ ਵਾਲੀ ਵੈਲਿਊ ਹੈ ਇੱਥੇ ਪੁੱਟ ਕਰ ਸਕਦੇ ਹਾਂ 6.28 × 10⁻⁻4 ਡਿਵਾਈਡਡ ਬਾਈ 2। ਸੋ ਸੋਲਵ ਕੀਤਾ ਤਾਂ ਬੱਚੇ ਸਾਡਾ ਆਨਸਰ ਆ ਗਿਆ 3.14। ਸੋ ਆਪਸ਼ਨ ਨੰਬਰ ਤੁਸੀਂ ਦੇਖ ਸਕਦੇ ਆ ਬੱਚੇ, ਸਾਡਾ ਆਨਸਰ ਆਇਆ, ਦੋ ਆਨਸਰ ਆਇਆ 6.25 28, ਮਤਲਬ ਕਿ ਆਪਸ਼ਨ ਨੰਬਰ B ਜਿਹੜੀ ਆ ਸਾਡੀ ਕਰੈਕਟ ਆਨਸਰ ਆ। ਸੋ ਦੋਨੋਂ ਆਨਸਰ ਬੱਚੇ ਚੈੱਕ ਕਰ ਲੈਣਾ ਕਿ ਦੋਨੋਂ ਆਨਸਰ ਜਿਹੜੇ ਤੁਹਾਡੇ ਮੈਚ ਕਰਦੇ ਹੋਣੇ ਚਾਹੀਦੇ ਆ। ਅਦਰਵਾਈਜ਼ ਜਦੋਂ ਤੁਸੀਂ ਫਸਟ ਸੋਲਵ ਕਰਕੇ ਦੇਖਦੇ ਆ ਨਾ, ਦੇਖ ਲਓ ਕਿ ਇਹ 6.28 ਆਇਆ, ਹੋਰ ਕਿਸੇ ਵਿੱਚ ਵੀ 6.28 ਨਹੀਂ ਆ, ਇਹਦਾ ਮਤਲਬ ਕਿ B ਆਪਸ਼ਨ ਸਹੀ ਆ। ਤੁਸੀਂ ਅਗਰ ਪਿੱਛੇ ਵਾਲਾ ਨਹੀਂ ਵੀ ਸੋਲਵ ਕਰਨਾ ਚਾਹੁੰਦੇ ਤਾਂ ਵੀ ਠੀਕ ਹੈ। ਬੱਚੇ ਨੈਕਸਟ ਨੂਮੈਰੀਕਲ ਆ 3rd ਯੂਨਿਟ ਦਾ ਸਾਈਕਲੋਟ੍ਰੋਨ। An ion carrying a charge मतलब Q given है 3.2 × 10⁻⁻19 कूलम is revolving in a circular path ਦੇ ਵਿੱਚ move ਕਰ ਰਿਹਾ ਤਾਂ magnetic field intensity मतलब B ਕਿੰਨੀ ਆ 2 × 10⁻⁻4 ਟੈਸਲਾ। ਕੈਲਕੂਲੇਟ ਦਾ ਫ੍ਰੀਕੁਐਂਸੀ, ਬੱਚੇ ਫ੍ਰੀਕੁਐਂਸੀ ਮਤਲਬ ਅਸੀਂ ਮਿਊ ਪਤਾ ਕਰਨੀ ਆ, ਸਾਨੂੰ ਮਾਸ ਗਿਵਨ ਹੈ। ਸੋ ਫ੍ਰੀਕੁਐਂਸੀ ਦਾ ਬੱਚੇ ਫਾਰਮੂਲਾ, ਅਦਰਵਾਈਜ਼ ਤੁਹਾਨੂੰ ਟਾਈਮ ਪੀਰੀਅਡ ਯਾਦ ਹੋਏਗਾ 2πm ਡਿਵਾਈਡਡ ਬਾਈ QB। ठीक है। सो बच्चे फ्रीक्वेंसी दैट इज रेसिप्रोकल ऑफ 1/टाइम पीरियड। नाउ बच्चे पुट द वैल्यूज, जिदा ही 1/t की वैल्यू पुट करांगे साडे को आ जाएगा QB डिवाइडेड बाय 2πm। सो ये थोड़ी कितनी आ गई फ्रीक्वेंसी नूं बच्चे इस तरीके नाल लिखते हैं। सो वैल्यूज पुट करो, जिहड़ा तुहाडे फाइनल आंसर जिहड़ा आ जाएगा। सो बच्चे साइक्लोट्रॉन के जिन्ने भी क्वेश्चंस आ ये इंपॉर्टेंट आ, चाहे वो रेडियस पता करनी होवे, वेलोसिटी पता करनी होवे, चाहे फ्रीक्वेंसी पता करनी होवे। बच्चे नैक्सट टाइप के जो तुसी न्यूमैरिकल्स करके जाने आ, लाइक इदा दे न्यूमैरिकल जो बिल्कुल सिंपल फॉर्मूलेज आ, दैट इज़ F इज इक्वल्स टू QVB sin थीटा। जो भी राइट एंगल होवे sin थीटा की जगह ते तुसी की पुट करना sin 90 इक्वल्स टू 1। सो सिंपल बच्चे फॉर्मूलेज के नाल जिहड़े न्यूमैरिकल्स है, सो कैलकुलेशन बच्चे तुहाडे सामने ही आ। सो एक्सप्लेन करन दी बिल्कुल भी जरूरत नहीं आ, तुसी एक बार इदा दे न्यूमैरिकल जरूर करके जाने आ। नैक्सट आ हीलियम आयन आ, ट्रैवल्स एट अ राइट एंगल। सो बच्चे हीलियम आयन नूं देख के घबरा नहीं जाना कि एक इदा दा क्वेश्चन आ गया। उन्होंने की किया, फॉर्मूला सेम लगेगा F इज इक्वल्स टू QVB। क्यू की जगह पर की आ जाएगा, क्योंकि हीलियम आइटम के की आ बच्चे आयन्स के 2 इलैक्ट्रॉन्स। सो आप इत्थे 2E लिख दिता, मतलब कि 2 इलैक्ट्रॉन्स आ। बाकी सारा सेम फॉर्मूलाज आ, वैल्यूज पुट की तो तुहाडे आंसर्स आ जाणगे। सो बच्चे इस वीडियो दे विच असी मोस्ट इंपॉर्टेंट क्वेश्चन जिहड़े आ न्यूमैरिकल्स एप्लीकेशन बेस्ड क्वेश्चनस आ वो डिस्कस किए आ। सो तुसी बच्चे इदा दे न्यूमैरिकल्स की अच्छी तरीके ना प्रैक्टिस कर लैनी आ। अगर इस तो इलावा किसी होर न्यूमैरिकल दे विच बच्चे तुहानूं किसी तरह का कोई भी डाउट है तो तुसी जिहड़ा टैलीग्राम चैनल जिहड़ा कि टैलीग्राम चैनल बच्चे सेम आ यूट्यूब वाला फिजिक्स विद रिंपल मैम, तुसी उत्थे भी पूछ सकते हैं। सो इदा दे क्वेश्चन तुसी बिल्कुल भी स्किप करके नहीं जाने, हर एक क्वेश्चन की बहुत अच्छी तरीके नाल तुसी तैयारी करके जानी है। सो बच्चे ऑल द बेस्ट फॉर द एग्जाम। और वीडियो नूं जांदे जांदे लाइक कर जाना, मैक्सिमम शेयर कर जाना और सबसक्राइब करके रखना, क्योंकि बच्चे नैक्सट वीडियो +2 क्लास के जो SI यूनिट्स आ, डिमेंशन फॉर्मूलेज आ, MLT वाले बच्चे वो आ रही आ, जिहड़ी कि बहुत कह लो यूजफुल होएगी तुहाडे पेपर दे विच। बच्चे SI यूनिट जरूर पूछे जाते हैं पेपर दे विच। सो नैक्सट वीडियो जिहड़ी आ तुहाडे लई आ रही है। सो चैनल नूं सबसक्राइब करके रखना, बैल आइकन जिहड़ा आ ऑन करके रखना। थैंक यू सो मच।